ਤਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਵੀਂ ਵੱਡੀ ਖਬਰ ਦਿਨ ਦੀ ਜੋ ਹੈ ਉਹ ਜੁੜੀ ਹੋਈ ਹੈ ਸੁਰੱਖਿਆ ਦੇ ਨਾਲ। ਸ਼ੁਰੂਆਤ ਇਸੇ ਦੇ ਨਾਲ ਕਰਨ ਜਾ ਰਹੇ ਹਾਂ। ਸਕਰੀਨ ਦੇ ਉੱਤੇ ਆ ਚੁੱਕੀ ਹੈ ਸੁਰੱਖਿਆ ਦੇ ਉੱਤੇ ਇਸ ਸਮੇਂ ਪੰਜਾਬ ਪੁਲਿਸ ਪ੍ਰਸ਼ਾਸਨ ਜ਼ਰੂਰ ਸਖਤੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੂਰੀ ਕਤਲकांड ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੁਰੱਖਿਆ ਮੁਲਾਜ਼ਮਾਂ ਨੂੰ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਖਾਸ ਤੌਰ ਦੀ ਇੱਕ ਟ੍ਰੇਨਿੰਗ ਦਿੱਤੀ ਜਾਵੇਗੀ। ਇੱਕ ਨਵਾਂ ਫੈਸਲਾ ਲਿਆ ਗਿਆ ਹੈ ਕਿਉਂਕਿ ਰਿਟੈਲੀਏਟ ਨਹੀਂ ਕੀਤਾ ਗਿਆ। ਜਦੋਂ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਸੁਧੀਰ ਸੂਰੀ ਦਾ ਕਤਲ ਹੋਇਆ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ 15 ਜਿਹੜੇ ਸੁਰੱਖਿਆ ਮੁਲਾਜ਼ਮ ਉਸ ਦੇ ਨਾਲ ਮੌਜੂਦ ਸੀ ਤੇ ਕੁਝ ਵੱਡੇ ਅਧਿਕਾਰੀ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ, ਪਰ ਬਾਵਜੂਦ ਇਸ ਦੇ ਉੱਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਤਾਂ ਹੁਣ ਕਮਾਂਡੋਜ਼ ਵਰਗੀ ਟ੍ਰੇਨਿੰਗ ਦੇ ਲਈ ਲੈਸ ਕੀਤਾ ਜਾਏਗਾ, ਟ੍ਰੇਨ ਕੀਤਾ ਜਾਏਗਾ। ਤਾਂ ਅੰਦਾਜ਼ੇ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਕਮਾਂਡੋਜ਼ ਦੇ ਲੈਵਲ ਦੀ ਟ੍ਰੇਨਿੰਗ ਮਿਲੇਗੀ। ਸਰੀਰਕ ਫਿਟਨੈਸ ਦੇ ਉੱਤੇ ਖਾਸ ਫੋਕਸ ਰੱਖਿਆ ਜਾਏਗਾ। ਹਰ ਤਰ੍ਹਾਂ ਦੇ ਮੁਸ਼ਕਿਲ ਆਪਰੇਸ਼ਨਸ ਦੇ ਲਈ ਵੀ ਤਿਆਰ ਕੀਤਾ ਜਾਏਗਾ। ਟਾਰਗੇਟਡ ਹਸਤੀਆਂ ਦੀ ਸੁਰੱਖਿਆ ਦੇ ਲਈ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੀ ਸੁਰੱਖਿਆ ਦੇ ਵਿੱਚ ਮੁਲਾਜ਼ਮ ਲੱਗਣਗੇ ਤਾਂ ਉਹ ਕੁਝ ਇਸ ਤਰੀਕੇ ਨਾਲ ਟ੍ਰੇਨ ਹੋਣਗੇ ਕਿ ਤੁਸੀਂ ਉਹਨਾਂ ਨੂੰ ਕਮਾਂਡੋ ਵੀ ਕਹਿ ਸਕੋਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸੁਰੱਖਿਆ ਦੇ ਲਈ ਪਲਾਨ ਤਿਆਰ ਕੀਤਾ ਗਿਆ ਤੇ ਕਮਾਂਡੋਜ਼ ਦੀ ਸਿਖਲਾਈ ਦੇ ਵਿੱਚ ਰੋਜ਼ਾਨਾ 42 ਕਿਲੋਮੀਟਰ ਦੀ ਦੌੜ ਹੁੰਦੀ ਹੈ ਔਰ करीब 7 किलोमीटर तक स्विमिंग यानी कि तैराकी, 3200 पुशअप्स, डंड बैठका ਆਪਾਂ ਉਸਨੂੰ ਵੀ ਪੈਰਲਰ ਕਹਿ ਦਿੰਦੇ ਆ, ਪੁਸ਼ਅਪਸ ਥੋੜੇ ਅਲੱਗ ਹੁੰਦੇ ਨੇ ਔਰ ਬੇहद ਮੁਸ਼ਕਿਲ ਐਕਟੀਵਿਟੀਜ਼ ਦੇ ਤਹਿਤ 42 ਕਿਲੋਮੀਟਰ ਦੇ ਦੌੜ ਦੌਰਾਨ 12 ਕਿਲੋਮੀਟਰ ਤੱਕ ਦੁੱਗਣੇ ਭਾਰ ਦੇ ਨਾਲ ਦੌੜਨਾ ਸ਼ਾਮਿਲ ਹੈ। ਤਾਂ ਕੁੱਲ ਮਿਲਾ ਕੇ ਇਸ ਸਮੇਂ ਵੱਡੀ ਖਬਰ ਇਹ ਹੈ ਕਿ ਜਿਹੜੀ ਟ੍ਰੇਨਿੰਗ ਚੱਲੇਗੀ ਹੁਣ ਪੁਲਿਸ ਮੁਲਾਜ਼ਮਾਂ ਦੀ, ਖਾਸ ਤੌਰ ਤੇ ਉਹਨਾਂ ਦੀ ਜੋ ਕਿ ਕਈ ਵੱਡੀਆਂ ਸ਼ਖਸੀਅਤਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਣਗੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਟ੍ਰੇਨ ਕੀਤਾ ਜਾਏਗਾ ਤਾਂ ਕਿ ਉਹ ਐਕਸ਼ਨ ਸਮੇਂ ਦੇ ਉੱਤੇ ਕਰ ਸਕਣ। ਔਰ ਸਿੱਧਾ ਰੁਕ ਕਰਦੇ ਹਾਂ ਪੰਕਜ ਕਬਾਹੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਸੁਧੀਰ ਸੂਰੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਡੇਰਾ ਪ੍ਰੇਮੀ ਦਾ ਕਤਲ ਹੋਇਆ ਉਸ ਨੂੰ ਦੇਖਿਆ ਜਾਵੇ ਕਿ ਇਹ ਪੂਰਾ ਪਲਾਨ ਇਹਨਾਂ ਟਾਰਗੇਟ ਕਿਲਿੰਗਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਤਿਆਰ ਕੀਤਾ ਗਿਆ? ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ? देखो, मुख्यमंत्री भगवंत मान के कोल एक रिपोर्ट जी है पुलिस अधिकारियों को दी गई और इस मुख्यमंत्री ने ये दिशा निर्देश जारी किए हैं कि एक स्पैशल ट्रेनिंग जी है वो उन्होंने कर्मचारियों की होनी चाहिए, पुलिस मुलाजमान की होनी चाहिए है ਜਿਹੜੇ खास तौर के उत्ते VVIP सिक्योरिटी ਦੇ ਵਿੱਚ ਜਾਂ ਕਿਸੇ ਅਜਿਹੇ ਸ਼ਖਸ ਦੇ ਨਾਲ ਮੌਜੂਦ ਰਹਿੰਦੇ ਨੇ ਅਗਰ ਉਹਨਾਂ ਨੂੰ ਕੋਈ ਅਜਿਹਾ ਮੌਕਾ ਸਾਹਮਣੇ ਆਉਂਦਾ, ਸੂਰੀ ਮਟਰ ਦੇਖ ਲਓ ਜਾਂ ਡੇਰਾ ਪ੍ਰੇਮੀ ਮਟਰ ਦੇਖ ਲਓ, ਉਸ ਵੇਲੇ ਜਿਹੜੇ ਨਾਲ ਸਿਕਿਉਰਿਟੀ ਗਾਰਡ ਹੁੰਦੇ ਨੇ ਕੁਝ ਕਰ ਨਹੀਂ ਪਾਉਂਦੇ ਤਾਂ ਉਹਨਾਂ ਦੀ ਇੱਕ ਕਮਾਂਡੋ ਟ੍ਰੇਨਿੰਗ ਹੋਣੀ ਚਾਹੀਦੀ ਹੈ ਔਰ ਉਸ ਕਮਾਂਡੋ ਟ੍ਰੇਨਿੰਗ ਦੇ ਲਈ ਇੱਕ ਪੂਰੀ ਟੀਮ ਤਿਆਰ ਕੀਤੀ ਗਈ। DSP ਲੈਵਲ ਪੂਰੀ ਰਿਪੋਰਟ ਜਿਹੜੀ ਹੈ ਉਹ ਦੇਗਾ ਔਰ ਇਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਬੇहद ਜ਼ਰੂਰੀ ਹੈ। ਗੌਰਵ, ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਦੇ ਵਿੱਚ ਲੱਗੇ ਹੁੰਦੇ ਨੇ ਉਹ ਫਿਜ਼ੀਕਲੀ ਫਿੱਟ ਨਹੀਂ ਹੁੰਦੇ, ਕਿਸੇ ਦਾ ਢਿੱਡ ਬਾਹਰ ਹੁੰਦਾ ਹੈ, ਕੋਈ ਢਿੱਲਾ ਹੁੰਦਾ ਹੈ ਔਰ ਮੈਂਟਲੀ ਤੌਰ ਤੇ ਵੀ ਉਸ ਤਰੀਕੇ ਨਾਲ ਫਿੱਟ ਨਹੀਂ ਹੁੰਦਾ। ਇੱਕ ਸਿਰਫ ਮੈਂਟਲੀ ਤੌਰ ਤੇ ਉੱਥੇ VIP ਜਾਂ ਕਿਸੇ ਸੁਰੱਖਿਆ ਜਿਹੜਾ ਨਾਲ ਜਿਸ ਦੀ ਸੁਰੱਖਿਆ ਕਰ ਰਹੇ ਹੁੰਦੇ ਉਹਨੂੰ ਇੱਕ ਸਿਕਿਉਰਿਟੀ ਦਿੰਦੇ ਨੇ। ਲੇਕਿਨ ਜਦੋਂ ਇਸ ਤਰੀਕੇ ਦੇ ਚੈਲੰਜ ਸਾਹਮਣੇ ਆਏ, ਸੂਰੀ ਮਟਰ ਕੇਸ ਤੁਹਾਡੇ ਸਾਹਮਣੇ ਹੈ, ਡੇਰਾ ਪ੍ਰੇਮੀ ਦਾ ਕੇਸ ਸਾਹਮਣੇ ਹੈ, ਉਸ ਵੇਲੇ ਇਹ ਸੁਰੱਖਿਆ ਮੁਲਾਜ਼ਮ ਕੁਛ ਐਕਸ਼ਨ ਨਹੀਂ ਲੈ ਪਾਏ ਤਾਂ ਇਹਨਾਂ ਨੂੰ ਇੱਕ ਫਿਜ਼ੀਕਲ ਟ੍ਰੇਨਿੰਗ ਦੇਣ ਦਾ ਇੱਕ ਕੈਂਪ ਜਿਹੜਾ ਉਹ ਲਗਾਇਆ ਜਾਏਗਾ। ਇਹਨਾਂ ਨੂੰ ਬਕਾਇਦਾ ਤੌਰ ਤੇ ਦਿੱਲੀ ਕਾਫੀ ਕਿਲੋਮੀਟਰ ਜਿਹੜਾ ਭੱਜਣਾ ਹੋਏਗਾ, ਤੈਰਾਕੀ ਕਰਨੀ ਹੋਏਗੀ, ਪੁਸ਼ਅਪ ਕਰਨਾ ਹੋਏਗਾ ਔਰ ਇੱਕ ਟ੍ਰੇਨਿੰਗ ਅਜਿਹੀ ਦਿੱਤੀ ਜਾਏਗੀ ਜਿਸ ਦੇ ਨਾਲ ਇਹ ਅਲਰਟ ਵੀ ਰਹਿਣ ਔਰ ਨਜ਼ਰ ਜਿਹੜੀ ਹੈ ਉਹ ਆਲੇ ਦੁਆਲੇ ਉਸ ਤਰੀਕੇ ਦੇ ਨਾਲ ਰੱਖਣ ਤਾਂ ਕਿ ਕਿਸੇ ਵੀ ਤਰੀਕੇ ਨਾਲ ਕੋਈ ਥ੍ਰੈਟ ਜਿਹੜਾ ਹੈ ਉਹ ਨਾ ਹੋਵੇ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਪੰਕਜ ਕਬਾਹੀ ਪੂਰੀ ਜਾਣਕਾਰੀ ਦੇ ਰਹੇ ਨੇ। ਖੈਰ, ਕਿਸ ਤਰੀਕੇ ਦੇ ਨਾਲ ਹੁਣ ਅੱਗੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿੰਨੀ ਜਲਦੀ ਕੰਪਲੀਟ ਕੀਤੀ ਜਾਂਦੀ ਹੈ ਔਰ ਜੋ ਜ਼ਿਕਰ ਇਸ ਸਮੇਂ ਹੋ ਰਿਹਾ ਹੈ ਕਿ ਸੁਧੀਰ ਸੂਰੀ ਦਾ ਕਤਲ ਹੋਇਆ ਹੋਵੇ ਜਾਂ ਫਿਰ ਡੇਰਾ ਪ੍ਰੇਮੀ ਦਾ ਕੋਟਪੁਰਾ ਦੇ ਵਿੱਚ ਕਤਲ ਹੋਇਆ ਹੋਵੇ, ਦੋਵੇਂ ਮਾਮਲਿਆਂ ਦੇ ਵਿੱਚ ਇਹ ਜ਼ਰੂਰ ਸਵਾਲ ਉੱਠੇ ਕਿ ਜੇਕਰ ਸੁਰੱਖਿਆ ਮੌਜੂਦ ਸੀ ਤੇ ਉਹਨਾਂ ਦੇ ਕੋਲ ਵੀ ਹਥਿਆਰ ਸਨ ਤਾਂ ਰਿਟੈਲੀਏਟ ਮਤਲਬ ਕਿ ਉਹਨਾਂ ਨੇ ਜਵਾਬ ਕਿਉਂ ਨਹੀਂ ਦਿੱਤਾ ਜਾਂ ਫਿਰ ਉਹਨਾਂ ਨੇ ਬਚਾਅ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂ ਕਿੰਨੀ ਕੀਤੀ, ਉਸ ਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਨੇ। ਇਸ ਸਭ ਦੇ ਵਿਚਾਲੇ ਹੁਣ ਇਸ ਟ੍ਰੇਨਿੰਗ ਦਾ ਜ਼ਿਕਰ ਹੋ ਰਿਹਾ ਹੈ। ਤੇ ਅੱਗੇ ਵਧਦੇ ਹਾਂ ਤੇ ਚੌਥੀ ਵੱਡੀ ਖਬਰ ਦਿਨ ਦੀ ਉਸ ਦਾ ਰੁਖ ਕਰਾਂਗੇ। ਇਹ ਖਬਰ ਜੁੜੀ ਹੋਈ ਹੈ ਡਰੋਨਸ ਦੀ ਐਕਟੀਵਿਟੀ ਦੇ ਨਾਲ ਤੇ ਇਸ ਦੇ ਉੱਤੇ ਇੱਕ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ, ਉਸ ਦਾ ਹੁਣ ਜ਼ਿਕਰ ਕਰਾਂਗੇ। ਚੌਥੀ ਵੱਡੀ ਖਬਰ, ਕਿਉਂਕਿ ਸਰਹੱਦ ਦੇ ਉੱਤੇ ਲਗਾਤਾਰ ਡਰੋਨ ਦੀ ਐਕਟੀਵਿਟੀ ਦੇਖਣ ਨੂੰ ਮਿਲਦੀ ਹੈ। 3 ਹਫ਼ਤਿਆਂ ਦੇ ਵਿੱਚ 4 ਡਰੋਨ ਢੇਰ ਕਰ ਦਿੱਤੇ ਗਏ ਨੇ। ਇਹ BSF ਦੇ ਵੱਲੋਂ ਇੱਕ ਜਿਹੜੀ ਸਾਫ਼ ਤੌਰ ਤੇ ਜਾਣਕਾਰੀ ਦਿੱਤੀ ਗਈ ਔਰ ਬਾਰਡਰ ਦੇ ਉੱਤੇ ਡਰੋਨ ਦੇਖਣ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਂਦਾ ਹੈ। ਸਰਹੱਦ ਪਾਰ ਤੋਂ ਤਸਕਰੀ ਰੋਕਣ ਦੇ ਲਈ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਇਹ ਡਰੋਨ ਐਕਟੀਵਿਟੀ ਦੇ ਉੱਤੇ BSF ਦਾ
ਇੱਕ ਬਿਆਨ ਹੈ ਔਰ 3 ਹਫ਼ਤਿਆਂ ਦੇ ਵਿੱਚ 4 ਡਰੋਨ ਢੇਰ ਕੀਤੇ ਗਏ ਨੇ। ਕਾਬਿਲ ਗੌਰ ਹੈ ਕਿ ਇਹਨਾਂ ਦੇ ਵਿੱਚ ਇੱਕ ਡਰੋਨ ਤਾਂ ਅਜਿਹਾ ਵੀ ਸੀ ਜਿਸ ਨੂੰ ਹੈਲੀਕਾਪਟਰ ਡਰੋਨ ਕਿਹਾ ਜਾਂਦਾ ਹੈ, ਯਾਨੀ ਕਿ ਬਹੁਤ ਵੱਡਾ ਡਰੋਨ ਸੀ ਜਿਸ ਦੇ ਜ਼ਰੀਏ ਕਾਫੀ ਮਾਤਰਾ ਦੇ ਵਿੱਚ ਕਾਫੀ ਭਾਰ ਇਹ ਡਰੋਨ ਚੁੱਕਣ ਦੀ ਸਮਰੱਥਾ ਰੱਖਦਾ ਹੈ। ਇਸ ਕਰਕੇ ਵੀ ਇਹ ਜ਼ਰੂਰ ਅਹਿਮ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਡਰੋਨ ਐਕਟੀਵਿਟੀ ਦੇ ਉੱਤੇ ਰੋਕ ਲਗਾਈ ਜਾਵੇਗੀ। ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ BSF ਦੇ DG। स्पेशल डीजी हैं हेडक्वार्टर वेस्टर्न कमांड BSF फर्स्ट लाइन ऑफ डिफेंस और कई चीज़ों पर हमने बातचीत की है। सर सबसे पहले तो जानकारी लेना चाहेंगे जो ड्रोन एक्टिविटीज़ हैं 21 से लेकर कंपैरिजन की अगर हम बात करें तो ड्रोन एक्टिविटीज़ जो हैं वो बड़ी हैं, तो किस तरह से देखते हैं, किस तरह से उसमें कमी और किस तरह से जो आप लोगों की चलती है एक्टिविटीज़ वहाँ पर वो किस तरह से? सबसे पहले मैं ये कहना चाहूँगा कि एज ए फर्स्ट लाइन ऑफ डिफेंस बॉर्डर सिक्योरिटी फोर्स चाहे सरफेस या चाहे एरियल किस रूट से भी स्मगलिंग का प्रयास होता है या इन्फिल्ट्रेशन का प्रयास होता है, इनको रोकने के लिए हरदम प्रयासरत है। जो आप कह रहे हैं, आपके प्रश्न पर आऊं तो फिर जब टेक्नोलॉजी का कभी कभी दुरुपयोग करके कुछ लोग नए नए टेक्निक्स ढूंढते हैं, उसी की कड़ी में पिछले 2-3 साल में ड्रोन्स के जरिए स्मगलिंग के अटेम्प्ट्स होती रही हैं। ये तो सर इसके साथ साथ जैसे आपने बताया, क्योंकि पिछले 1.5-2 महीने की अगर हम बात करें कई क्वांटिटी में जो ड्रोन जो हैं या असाइनमेंट्स हैं वो जो है रिकवर की गई हैं, लेकिन जो बैठे हैं जो मास्टर माइंड्स हैं उन तक जो है वो नहीं पहुंच पाते, कई बार गिरफ्तारियां नहीं हो पाती। लेकिन आपने बताया एक एग्जाम्पल दिया कि 11 लोगों की इसमें गिरफ्तारी हुई है। ये भी एक कहीं ना कहीं एक क्वेश्चन है कि जिस तरह से वो पूरी एक्टिविटी को देर रात ही इस तरह की जो एक्टिविटीज होती है उसको अंजाम देते हैं, तो उसमें किस तरह से टेक्निक जो है वो अपनाई जा रही है? देखिए, जो मैंने कहा था कि जब एक तो इमीडिएट रिस्पांस होता है ड्रोन्स का, इमीडिएट रिस्पांस की हम बात कहें तो फिर ड्रोन जब अंदर प्रवेश कर रहा होता है उसी टाइम पर हम अच्छी तरह डिटेक्ट करें, ह्यूमन इंस्टिंक्ट से भी साथ साथ टेक्नोलॉजी के सहारे से भी, तो इसके खिलाफ एक्शन करना, तो फायरिंग वगैरह करना, बाकी जो जामिंग वगैरह करना, इस प्रकार का होता है कि कई सारे अटेम्प्ट्स तो फेल वैसे भी हो जाते हैं। तो फिर कुछ अटेम्प्ट्स अगर सक्सेसफुल, अगर उनके इसके कंसाइनमेंट गिराने पे सफल होते हैं तो पीछे डेप्थ में कवर करके जो उस कंसाइनमेंट को लेने के लिए आने वाला जो शख्स होता है उसको गिरफ्तारी के साथ होता है। जब गिरफ्तारी के साथ साथ कुछ इन्वेस्टिगेशन में आगे बढ़ करके कुछ पूरा गैंग का पकड़ने का भी कोशिश होता है। तो इस प्रकार का कई सारे लेयर्स में एफर्ट होता है कि अभी मैं कहना चाहूंगा कि पिछले 3 हफ्ते में 4 ड्रोन्स ऐसे गिराए गए हैं। ਤਾਂ ਡਰੋਨ ਲਗਾਤਾਰ ਇਸ ਸਮੇਂ ਵੱਡੀ ਚੁਣੌਤੀ ਬਣੇ ਹੋਏ ਨੇ ਕਿ ਜੇਕਰ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਉਡਾਨ ਭਰ ਕੇ ਭਾਰਤ ਵਾਲੇ ਪਾਸੇ ਆਉਂਦੇ ਨੇ ਤੇ ਚਿੰਤਾ ਹੈ। ਇਸ ਦੇ ਵਿੱਚ ਨਸ਼ਾ ਹੁੰਦਾ ਹੈ, ਇਸ ਦੇ ਵਿੱਚ ਹਥਿਆਰ ਹੁੰਦੇ ਨੇ, ਯਾਨੀ ਦੇਸ਼ ਦੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਦਾ ਸਮਾਨ ਆਉਂਦਾ ਹੈ ਤੇ BSF ਮੁਸਤੈਦ ਹੈ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਲਈ।